ਅੱਜ ਅਸੀਂ ਖਾਸ ਗੱਲਬਾਤ ਕਰਨੀ ਆ ਹੋਮ ਇੰਸ਼ੋਰੈਂਸ ਬਾਰੇ। ਏਐਮਸੀ ਇੰਸ਼ੋਰੈਂਸ ਤੇ ਅਸੀਂ ਪਹੁੰਚੇ ਹਾਂ। ਹੋਮ ਇੰਸ਼ੋਰੈਂਸ ਇੱਕ ਬਹੁਤ ਹੀ ਅਹਿਮ ਮੁੱਦਾ ਆ ਤੇ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਲੋਕਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਆ ਕਿ ਜਿਹੜੀ ਥੱਲੇ ਬੇਸਮੈਂਟ ਆ ਉਹਦਾ ਇੰਸ਼ੋਰੈਂਸ ਨਾਲ ਕੋਈ ਸੰਬੰਧ ਹੁੰਦਾ ਤੇ ਕੀ ਬੇਸਮੈਂਟ ਜਿਹੜੀ ਲੀਗਲ ਆ ਜਾਂ ਇਲੀਗਲ ਆ ਇਹਦਾ ਕੋਈ ਇੰਸ਼ੋਰੈਂਸ ਨਾਲ ਸੰਬੰਧ ਹੁੰਦਾ। ਤੁਹਾਡੇ ਘਰ ਦਾ ਸ਼ੀਸ਼ਾ ਆ ਜੇ ਉਹ ਟੁੱਟ ਗਿਆ ਕੀ ਉਹ ਤੁਹਾਡੇ ਆਮ ਇੰਸ਼ੋਰੈਂਸ ਦੇ ਵਿੱਚ ਕਵਰ ਆ। ਹੜ੍ਹ ਆ ਗਏ ਕਿਤੇ ਜਿਹਦੇ ਐਬਸਫੋਰਡ ਦੇ ਵਿੱਚ ਪਿੱਛੇ ਜੇ ਇੱਕ ਕੁਦਰਤੀ ਆਫਤ ਆਈ ਸੀ, ਦੁਖਾਂਤ ਵਾਪਰਿਆ ਸੀ, ਤੁਹਾਡਾ ਘਰ ਦਾ ਨੁਕਸਾਨ ਹੋ ਗਿਆ, ਕੀ ਇੰਸ਼ੋਰੈਂਸ ਉਹ ਕਵਰ ਕਰਦਾ। ਤੁਸੀਂ ਟਾਊਨ ਹਾਊਸ ਵਿੱਚ ਰਹਿੰਦੇ ਆ, ਤੁਹਾਨੂੰ ਕੋਂਡੋ 'ਚ ਰਹਿੰਦੇ ਆ, ਤੁਹਾਨੂੰ ਫੇਰ ਵੀ ਇੰਸ਼ੋਰੈਂਸ ਤੇ ਨਹੀਂ ਲੈਣ ਦੀ ਲੋੜ ਆ ਜਾਂ ਉਹ ਸਟਾਰਟਾ 'ਚ ਕਵਰ ਹੁੰਦਾ। ਇੱਦਾਂ ਦੇ ਕੁਝ ਸਵਾਲ ਜਿਹੜੇ ਸਾਡੇ ਨੇ, ਅਸੀਂ ਕੰਵਰਵੀਰ ਸਿੰਘ ਹੁਣਾਂ ਨਾਲ ਏਐਮਸੀ ਇੰਸ਼ੋਰੈਂਸ ਤੇ ਆਏ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਾਨੂੰ ਦੱਸਿਓ ਜੀ, ਇਹ ਪਹਿਲੀ ਗੱਲ ਤਾਂ ਇਹ ਦੱਸਿਓ ਵੀ ਬੇਸਮੈਂਟ ਘਰ ਦੇ ਵਿੱਚ ਕੋਈ ਰਹਿ ਰਿਹਾ ਕਿਰਾਏਦਾਰ, ਉਹ ਦੱਸਣਾ ਜ਼ਰੂਰੀ ਆ ਇੰਸ਼ੋਰੈਂਸ ਨੂੰ। ਤੁਹਾਡੇ ਜਿਹੜੇ ਕੁਐਸਚਨ ਨੇ ਬਹੁਤ ਹੀ ਵੈਲਿਡ ਹੈ, ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਅਸੀਂ ਘਰ ਦੀ ਇੰਸ਼ੋਰੈਂਸ ਕਰਦੇ ਹਾਂ ਅਤੇ ਓਨਰ ਹਮੇਸ਼ਾ ਇਹ ਸੋਚਦਾ ਵੀ ਜਿਹੜੀ ਚੀਜ਼ ਲੀਗਲ ਆ ਅਸੀਂ ਉਹ ਦੱਸੀ ਜਾਵੇ। ਜੇ ਬੇਸਮੈਂਟ ਜਿਹੜੀ ਆ ਉਹ ਇਲੀਗਲ ਆ ਅਤੇ ਉਹ ਦੱਸਣੀ ਜ਼ਰੂਰੀ ਨਹੀਂ। ਬਟ ਇੰਸ਼ੋਰੈਂਸ ਕੰਪਨੀ ਵਾਸਤੇ ਜ਼ਰੂਰੀ ਆ ਕਿ ਉਹਦੀ ਆਕੂਪੈਂਸੀ, ਅਸੀਂ ਟੈਕਨੀਕਲੀ ਇਹਨੂੰ ਆਕੂਪੈਂਸੀ ਕਹਿ ਦਿੰਦੇ, ਪਰ ਉਹਦੇ ਵਿੱਚ ਜੇ ਆਪਾਂ ਰਾ ਲੈਂਗੁਏਜ ਦੇ ਵਿੱਚ ਵੇਖੀਏ ਤਾਂ ਕਿੰਨੀਆਂ ਫੈਮਲੀਜ਼ ਉੱਥੇ ਰਹਿੰਦੀਆਂ ਨੇ, ਕਿੰਨੀਆਂ ਉੱਥੇ ਕਿਚਨਸ ਨੇ, ਸਪਾਈਸ ਕਿਚਨ ਨੂੰ ਛੱਡ ਕੇ, ਉਹਦੇ 'ਤੇ ਬੇਸ ਕਰਦਾ ਉਹ ਲੀਗਲ ਆ ਜਾਂ ਇਲੀਗਲ ਆ। ਕੰਪਨੀ ਇਹਦੇ ਨਾਲ ਰਿਲੇਟ ਨਹੀਂ ਕਰਦੀ। ਕੰਪਨੀ ਇਸ ਚੀਜ਼ ਨਾਲ ਰਿਲੇਟ ਕਰਦੀ ਆ ਅਤੇ ਉੱਥੇ ਰਿਸਕ ਕਿੰਨਾ ਐਕਸਪੋਜਰ ਆ। ਮੋਸਟ ਆਫ ਦਾ ਟਾਈਮ ਜਿਹੜੀ ਫਾਇਰ ਹੁੰਦੀ ਆ ਉਹ ਕਿਚਨ ਤੋਂ ਹੀ ਇਨੀਸ਼ੀਏਟ ਹੁੰਦੀ ਹੈ। ਔਰ ਜੇ ਲੀਗਲ ਆ ਜਾਂ ਇਲੀਗਲ ਆ, ਕੰਪਨੀ ਨੇ ਬਾਅਦ ਵਿੱਚ ਵੇਖਣਾ ਕਿ ਉਹ ਡਿਕਲੇਅਰ ਕੀਤੀ ਹੈ ਜਾਂ ਨਹੀਂ ਕੀਤੀ। ਸਾਨੂੰ ਹਮੇਸ਼ਾ ਜੇ ਥੱਲੇ ਇੱਕ ਬੇਸਮੈਂਟ ਆ, ਇੱਕ ਜੇ ਦੋ ਆ ਤਾਂ ਦੋ, ਉਹ ਡਿਕਲੇਅਰ ਕਰਨੀਆਂ ਚਾਹੀਦੀਆਂ। ਜੇ ਅਸੀਂ ਡਿਕਲੇਅਰ ਨਹੀਂ ਕਰਦੇ ਤਾਂ ਉੱਥੋਂ ਹੋਣ ਵਾਲੇ ਕਿਸੇ ਵੀ ਲਾਸ ਨੂੰ ਕੰਪਨੀ ਜਿਹੜੀ ਡਿਕਲਾਈਨ ਕਰ ਸਕਦੀ ਹੈ। ਇੱਕ ਹੋਰ ਗੱਲ ਮੈਂ ਜ਼ਰੂਰੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀਆਂ ਵੀ ਬੇਸਮੈਂਟਸ ਨੇ ਉਹਨਾਂ ਦੇ ਵਿੱਚ ਓਨਰ ਦੇ ਕਵਰ ਆ, ਲੇਕਿਨ ਟੈਨੈਂਟ ਦਾ ਜਿਹੜਾ ਸਮਾਨ ਹੈ ਉਹ ਕਵਰੇਜ ਕੰਪਨੀ ਨਹੀਂ ਕਰਦੀ। ਤੁਹਾਡੀ ਇੰਸ਼ੋਰੈਂਸ ਕਰ ਰਹੀ ਹੈ, ਤੁਹਾਡੇ ਟੈਨੈਂਟ ਦੀ ਨਹੀਂ ਕਰਦੀ। ਇਸ ਕਰਕੇ ਹਰ ਟੈਨੈਂਟ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਉਹ ਆਪਣੀ ਇੰਸ਼ੋਰੈਂਸ ਲਵੇ, ਆਪਣੀਆਂ ਲਾਇਬਿਲਿਟੀਜ਼ ਲਵੇ, ਤਾਂ ਕਿ ਤੁਸੀਂ ਵੀ ਅਤੇ ਉਹ ਵੀ ਸੇਫ ਰਹਿ ਸਕੇ। ਮਤਲਬ ਜਿਹੜਾ ਟੈਨੈਂਟ ਰਹਿ ਰਿਹਾ ਬੇਸਮੈਂਟ ਦੇ ਵਿੱਚ, ਰੈਂਟ ਦੇ ਉੱਤੇ ਰਹਿ ਰਿਹਾ, ਉਹਨੂੰ ਵੀ ਇੰਸ਼ੋਰੈਂਸ ਬਾਈ ਕਰਨੀ ਚਾਹੀਦੀ ਹੈ। ਹਾਂ, ਮੈਂ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਦੱਸਣਾ ਚਾਹਾਂਗਾ, ਜੇ ਬਾਈ ਚਾਂਸ ਕਿਸੇ ਵੇਲੇ ਵੀ ਵਾਟਰ ਡੈਮੇਜ ਹੋ ਜਾਂਦਾ, ਉਹਦਾ ਸਮਾਨ ਖਰਾਬ ਹੋ ਜਾਂਦਾ, ਤਾਂ ਉਹ ਇੰਸ਼ੋਰੈਂਸ ਕੰਪਨੀ ਜਿਹੜੇ ਘਰ ਦਾ ਜਿਹੜਾ ਓਨਰ ਹੈ ਉਹਦਾ ਸਮਾਨ ਜੇ ਹੋਵੇ ਵਿੱਚ, ਜਾਂ ਉਹਦੇ ਨਾਲ ਕੋਈ ਉਹਦਾ ਫਰਸ਼ ਖਰਾਬ ਹੋਇਆ ਵਾ ਜਾਂ ਉਹਦੀਆਂ ਕੋਈ ਵਾਲਸ ਖਰਾਬ ਹੋਈਆਂ, ਉਹਨਾਂ ਨੂੰ ਤਾਂ ਕਵਰ ਕਰੂਗੀ। ਲੇਕਿਨ ਜਿਹੜਾ ਟੈਨੈਂਟ ਦਾ ਸਮਾਨ ਹੈ ਉਹ ਨਹੀਂ ਕਵਰ ਕਰਦੇ। ਸੋ ਟੈਨੈਂਟ ਨੂੰ ਆਪਣੀ ਇੰਸ਼ੋਰੈਂਸ ਜ਼ਰੂਰ ਲੈਣੀ ਚਾਹੀਦੀ। ਇੱਕ ਇਹਦੇ 'ਚ ਹੋਰ ਦੱਸਿਓ ਕਿ ਹੋਮ ਵੈਲਿਊ ਦਾ ਕੀ ਮਤਲਬ ਹੁੰਦਾ, ਇਹਦੇ ਨਾਲ ਇੰਸ਼ੋਰੈਂਸ ਦੇ ਉੱਤੇ ਫਰਕ ਪੈਂਦਾ ਜਾਂ ਉਹਦੀ ਸਕੁਅਰ ਫੀਟ ਦਾ ਜ਼ਿਆਦਾ ਮਤਲਬ ਹੁੰਦਾ। ਹੋਮ ਦੀ ਜਿਹੜੀ ਵੈਲਿਊ ਆ, ਇੱਕ ਕੈਲਕੂਲੇਟਰ ਹੁੰਦੇ ਨੇ RCT ਜਾਂ ਪਾਵਰ ਹਾਊਸ, ਉਹਦੇ ਵਿੱਚ ਸਕੁਅਰ ਫਿਟ ਅਤੇ ਕਿਸ ਤਰ੍ਹਾਂ ਦਾ ਬਣਿਆ ਘਰ ਹੈ ਉਹ ਜਦੋਂ ਅਸੀਂ ਪਾ ਕੇ ਉਹਨੂੰ ਕੈਲਕੂਲੇਟ ਕਰਦੇ ਹਾਂ, ਉਸ ਵੈਲਿਊ ਜਿਹੜੀ ਆ ਉਹ ਕੈਲਕੂਲੇਟਰ ਅਸੈਪਟੇਬਲ ਆ ਟੂ ਦਾ ਕੰਪਨੀਜ਼। ਸੋ ਉਹਦੇ ਵਿੱਚ ਜਦੋਂ ਅਸੀਂ ਸਕੁਅਰ ਫਿਟ, ਕਿਸ ਤਰ੍ਹਾਂ ਦਾ ਬਣਿਆ ਘਰ ਹੈ, ਕਿਸ ਤਰ੍ਹਾਂ ਦੀ ਉਹਦੀ ਛੱਤ ਆ, ਇਨਸਾਈਡ ਕਿਸ ਤਰ੍ਹਾਂ ਦੀ ਆ, ਉਹ ਵੈਲਿਊ ਜਿਹੜੀ ਕੈਲਕੂਲੇਟ ਕਰਦੇ ਉਹ ਆਪਟੀਮਮ ਵੈਲਿਊ ਦੇ ਉੱਤੇ ਇੰਸ਼ੋਰੈਂਸ ਹੋਣੀ ਚਾਹੀਦੀ। ਆਮ ਤੌਰ ਦੇ ਉੱਤੇ ਕਲਾਇੰਟ ਦਾ ਕੁਐਸਚਨ ਹੁੰਦਾ, ਓਨਰ ਦਾ ਕੁਐਸਚਨ ਹੁੰਦਾ ਵੀ ਮੇਰਾ ਘਰ ਤਾਂ ਹਰ ਸਾਲ ਪੁਰਾਣਾ ਹੁੰਦਾ ਜਾਂਦਾ, ਤੁਸੀਂ ਇਹਦੀ ਵੈਲਿਊ ਕਿਉਂ ਵਧਾ ਦਿੰਦੇ ਹੋ। ਇਹ ਬੜਾ ਇੱਕ ਵੈਲਿਡ ਜਿਹਾ ਉਹਨਾਂ ਦਾ ਕੁਐਸਚਨ ਆ, ਕਿਉਂਕਿ ਉਹ ਲੇਮੈਨ ਨੇ। ਲੇਕਿਨ ਜੇ ਤੁਸੀਂ ਕੰਪਨੀ ਨੂੰ ਵੇਖੋ ਅਤੇ ਉਸਨੇ ਸਭ ਤੋਂ ਪਹਿਲੇ ਇਹ ਦੇਖਣਾ ਹੁੰਦਾ ਵਾ ਵੀ ਜੇ ਅੱਜ ਕੁਛ ਹੋ ਜਾਏ ਜਾਂ ਅੱਜ ਤੋਂ 1 ਸਾਲ ਘਰ ਨੂੰ ਹੋ ਜਾਏ ਤਾਂ ਉਹਦੇ 'ਤੇ ਇਨਫਲੇਸ਼ਨ ਐਡ ਹੁੰਦੀ ਹੈ। ਉਹਨੇ ਮਟੀਰੀਅਲ ਨਵੇਂ ਨਾਲ ਰਿਪਲੇਸ ਕਰਨਾ, ਨਾ ਕਿ 30 ਸਾਲ ਜਾਂ 40 ਸਾਲ ਪੁਰਾਣਾ ਘਰ ਦਾ ਸਮਾਨ ਲਿਆ ਕੇ ਲਾਉਣਾ। ਸੋ ਰਿਪਲੇਸਮੈਂਟ ਕਾਸਟ ਜਿਹੜੀ ਹਮੇਸ਼ਾ ਨਵੇਂ ਨਾਲ ਹੁੰਦੀ ਹੈ ਅਤੇ ਉਹ ਹਰ ਸਾਲ ਜਿਹੜੀ ਜਿੰਨੀ ਕੁ ਇਨਫਲੇਸ਼ਨ ਵੱਧਦੀ ਹੈ ਉਨੀ ਬਿਲਡਿੰਗ ਕਾਸਟ ਜਿਹੜੀ ਆ ਉਹ ਵਧਾਉਂਦੇ ਜਾਂਦੇ। ਸੋ ਉਹਨਾਂ ਲਈ ਮਕਾਨ ਨਵਾਂ ਹੁੰਦਾ ਜਾਂਦਾ, ਸਾਡੇ ਮੁਤਾਬਿਕ ਪੁਰਾਣਾ ਹੁੰਦਾ ਜਾਂਦਾ। ਇੱਕ ਹੋਰ ਦੱਸਿਓ ਇਹਦੇ ਵਿੱਚ ਕਿ ਜੇ ਮੰਨ ਲਓ ਤੁਹਾਡੇ ਜਿਹੜੇ ਸ਼ੀਸ਼ੇ ਲੱਗੇ ਆ ਉਹ ਇੰਸ਼ੋਰੈਂਸ ਕਵਰ ਹੁੰਦੇ ਜਾਂ ਉਹ ਵੱਖਰੇ ਹੁੰਦੇ, ਇਹਦੇ ਬਾਰੇ ਲੋਕਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਵੀ ਉਹ ਕਵਰ ਹੋਣਗੇ ਜੇ ਟੁੱਟ ਜਾਣ। ਹਾਂਜੀ, ਜਿਹੜੇ ਸ਼ੀਸ਼ੇ ਨੇ ਉਹ ਕੰਪਨੀਆਂ ਜਿਹੜੀਆਂ ਆਪਣੀਆਂ ਪਾਲਿਸੀਜ਼ ਦੇ ਵਿੱਚ ਵੀ ਕਵਰ ਕਰਦੀ ਹੈ, ਪਰ ਉਹਦੇ ਵਿੱਚ ਡਿਡਕਟੇਬਲ ਹੁੰਦਾ। ਕਈ ਕੰਪਨੀਆਂ $50, ਕਿਸੇ $100। ਬਟ ਜੇ ਉਹੀ ਸ਼ੀਸ਼ੇ ਜਿਹੜੇ ਆ ਇੱਕ ਸੈਪਰੇਟ ਕੰਪਨੀ ਨਾਲ ਇੰਸ਼ੋਰ ਕੀਤੇ ਜਾਣ, ਇਹ ਸਿਰਫ ਡਬਲ ਗਲੇਸ ਬਾਹਰ ਵਾਲੇ ਵਿੰਡੋ ਗਲਾਸਿਸ ਹੁੰਦੇ ਆ, ਜਿਹੜੇ ਕਿ ਨਾ ਉਹ ਸੈਂਡਡ ਹੋਣ, ਨਾ ਉਹ ਕਾਰਵਡ ਹੋਣ, ਨਾ ਉਹ ਫੈਂਸੀ, ਨਾ ਉਹ ਕਲਰਡ ਹੋਣ। ਸਿੰਪਲ ਪਲੇਨ ਜਿਹੜੇ ਵਿੰਡੋਜ਼ ਨੇ ਉਹ ਕਵਰ ਹੁੰਦੀਆਂ। ਪਰ ਜੇ ਅਸੀਂ ਡਿਫਰੈਂਟ ਕੰਪਨੀ ਨਾਲ ਕਰ ਦਿੰਦੇ ਉਹਦੇ 'ਚ ਡਿਡਕਟੇਬਲ ਨਹੀਂ ਹੁੰਦਾ। ਜੇ ਅਸੀਂ ਇੰਸ਼ੋਰੈਂਸ ਕੰਪਨੀ ਜਿਹੜੀ ਤੁਹਾਡੇ ਘਰ ਦੀ ਇੰਸ਼ੋਰੈਂਸ ਕਰਦੀ, ਜੇ ਉਹਦੇ ਨਾਲ ਕਵਰ ਕਰਦੇ ਤਾਂ ਉਹਦੇ 'ਚ ਡਿਡਕਟੇਬਲ ਜ਼ਰੂਰ ਹੁੰਦਾ। ਸੋ ਇਟ ਇਜ਼ ਆਲਵੇਜ਼ ਗੁੱਡ
50 ਜਾਂ $60 ਜਾਂ $40 ਦੀ ਪਾਲਿਸੀ ਲੈ ਲੈਣੀ ਜਿਹਦੇ ਵਿੱਚ ਕੋਈ ਡਿਡਕਟੇਬਲ ਨਹੀਂ ਹੁੰਦਾ। ਜੇ ਤੁਹਾਡਾ ਗਲਾਸ ਕਿਸੇ ਬਾਹਰੋਂ ਮੂਵ ਕਰਦੇ ਪਏ ਹੋ, ਕੋਈ ਵੱਟਾ ਲੱਗਣ ਨਾਲ ਟੁੱਟ ਜਾਂਦਾ ਤੇ ਕੰਪਨੀ ਉਹ ਰਿਪਲੇਸ ਕਰਕੇ ਦਿੰਦੀ ਹੈ ਡਬਲ ਗਲੇਸ ਵਿੰਡੋਜ਼। ਬੱਟਾ ਲੱਗਣ ਨਾਲ ਟੁੱਟ ਜਾਂਦਾ, ਕੋਈ ਬੰਦਾ ਮਸ਼ੀਨ ਚਲਾਉਂਦਾ ਵੱਖਰੀ ਗੱਲ ਆ, ਸਰੀ 'ਚ ਰਹਿੰਦੇ ਆ, ਦੂਜੇ ਤੀਜੇ ਗੋਲੀ ਚੱਲਦੀ ਰਹਿੰਦੀ ਹੈ, ਕੋਈ ਗੋਲੀਆਂ ਮਾਰ ਗਿਆ ਘਰ, ਤੇ ਪਿੱਛੇ ਜੇ ਹੋਇਆ ਵੀ ਸੀ ਵੀ ਉਹ ਸ਼ੀਸ਼ੇ ਤੋੜ ਗਏ ਸਾਰੇ, ਉਹ ਕੰਪਨੀ ਕਵਰ ਕਰਦੀ ਹੈ? ਦੇਖੋ ਇਹ ਜਿਹੜੀਆਂ ਨੇ ਇਹ ਹਮੇਸ਼ਾ ਇੰਸੀਡੈਂਟ ਟੂ ਇੰਸੀਡੈਂਟ ਕਵਰ ਕਰਦਾ। ਜੇ ਮੰਨ ਲਓ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਫਾਇਰਿੰਗ ਵਰਗੀ ਕੋਈ ਇੰਸੀਡੈਂਟ ਹੋਇਆ, ਰਾਈਟ, ਉਹ ਇੱਕ ਵੈਂਡਲਾਈਜ਼ ਹੈ, ਕਿਸੇ ਨੇ ਏਮ ਕਰਕੇ ਉਹਦੇ ਸਾਰੇ ਘਰ ਦੇ ਸ਼ੀਸ਼ੇ ਤੋੜ ਦਿੱਤੇ, ਰਾਈਟ, ਉਹ ਇੱਕ ਕੰਪਨੀ ਨੂੰ ਇੰਸ਼ੋਰੈਂਸ ਵਾਸਤੇ ਜਾਏਗਾ ਕਿਉਂਕਿ ਉਹਦਾ ਸਾਰਾ ਕੱਲਾ ਸ਼ੀਸ਼ਾ ਹੀ ਨਹੀਂ ਟੁੱਟਿਆ ਹੋਊਗਾ, ਅੰਦਰ ਵੀ ਕੋਈ ਨੁਕਸਾਨ ਹੋਇਆ ਹੋਊਗਾ, ਰਾਈਟ। ਉਹ ਫਿਰ ਉਹਨੂੰ ਅਸੀਂ ਇੰਸ਼ੋਰੈਂਸ ਕੰਪਨੀ ਨੂੰ ਕਵਾਂਗੇ, ਉਹ ਉਹਨੂੰ ਫਿਕਸ ਕਰਨਗੇ। ਗਲਾਸ ਜਿਹੜਾ ਵਾ ਇੱਕ ਟੁੱਟ ਸਕਦਾ, ਦੋ ਟੁੱਟ ਸਕਦਾ, ਪਰ ਜੇ ਫਾਇਰਿੰਗ ਹੋਈ ਹੈ ਤੇ ਮੇਬੀ ਉਹਦੇ 10-15 ਜਾਂ ਸਾਰੇ ਗਲਾਸ ਤੋੜ ਦਿੱਤੇ ਜਾਣ, ਉਹ ਵੈਂਡਲਿਜ਼ਮ ਹੋਏਗਾ। ਤੇ ਜਿਹੜਾ ਨੈਚੁਰਲ ਡਿਜ਼ਾਸਟਰ ਆ, ਐਬਸਫੋਰਡ ਫਰੇਜ਼ਰ ਵੈਲੀ ਦੇ ਵਿੱਚ ਹੜ੍ਹ ਆ ਗਏ, ਲੋਕਾਂ ਨੇ ਬਹੁਤ ਸੋਹਣੇ ਸੋਹਣੇ ਘਰ ਪਾਏ ਸੀ, ਤਬਾਹ ਹੋ ਗਏ, ਉਹ ਰੌਲਾ ਇਹ ਪਾਉਂਦੇ ਸੀ ਵੀ ਕੰਪਨੀਆਂ ਹੁਣ ਬਾਂਹ ਨਹੀਂ ਫੜ ਰਹੀਆਂ, ਇੰਸ਼ੋਰੈਂਸ ਵਾਲੇ ਕੁਝ ਨਹੀਂ ਕਰ ਰਹੇ, ਉੱਥੇ ਕੀ ਮਾਮਲਾ ਹੁੰਦਾ ਜੀ? ਹੜ੍ਹ ਜਾਂ ਅਰਥਕੁਇਕ, ਇਹਨੂੰ ਕੋਈ ਵੱਖਰਾ ਹਿਸਾਬ ਹੁੰਦਾ ਇਹਦਾ? ਇਹ ਹਮੇਸ਼ਾ ਇੰਡੋਰਸਮੈਂਟਸ ਹੁੰਦੀਆਂ। ਹੜ੍ਹ ਜਿਹੜਾ ਵਾ ਓਵਰਲੈਂਡ ਵਾਟਰ ਦੇ ਵਿੱਚ ਕਵਰ ਹੁੰਦਾ, ਔਰ ਜਿਹੜਾ ਅਰਥਕੁਇਕ ਆ ਉਹ ਵੀ ਇੱਕ ਇੰਡੋਰਸਮੈਂਟ ਆ। ਜੇ ਅਸੀਂ ਬਾਏ ਕਰਦੇ ਹਾਂ ਔਰ ਕੰਪਨੀਆਂ ਉਸ ਪੋਸਟਲ ਕੋਡ 'ਚ ਦਿੰਦੀਆਂ ਹੋਣ ਤੇ ਜ਼ਰੂਰ ਉਹ ਬੰਦਾ ਜਿਹੜਾ ਵਾ ਉਹ ਬਾਏ ਕਰ ਸਕਦਾ ਹੁੰਦਾ। ਓਵਰਲੈਂਡ ਵਾਟਰ ਜਾਂ ਫਲੱਡ ਜਿਹੜਾ ਵਾ ਉਹ ਕਈ ਥਾਵਾਂ ਦੇ ਉੱਤੇ ਬਹੁਤ ਮਹਿੰਗਾ ਹੁੰਦਾ, ਜਿੱਥੇ ਚਾਂਸਸ ਜ਼ਿਆਦਾ ਆਉਣ ਦੇ ਹੁੰਦੇ, ਕਈਆਂ ਥਾਵਾਂ ਦੇ ਉੱਤੇ ਬਹੁਤ ਨੋਮੀਨਲ ਜਿਹਾ ਹੁੰਦਾ। ਸੋ ਮੈਂ ਤਾਂ ਹਮੇਸ਼ਾ ਇਹ ਕਹਾਂਗਾ ਵੀ ਤੁਸੀਂ ਜਦੋਂ ਵੀ ਕੋਈ ਪਾਲਿਸੀ ਬਾਏ ਕਰਦੇ ਹੋ ਉਹਦੇ ਇਨ ਐਂਡ ਆਊਟਸ ਜਿਹੜੇ ਆਪਣੇ ਬ੍ਰੋਕਰ ਨਾਲ ਜ਼ਰੂਰ ਕਨਫਰਮ ਕਰੋ, ਕਿਉਂਕਿ ਜਦੋਂ ਕਲੇਮ ਹੋ ਜਾਂਦਾ ਤੇ ਉਹਦੇ ਵਿੱਚ ਕਈ ਕੰਪਲੀਕੇਸ਼ਨਸ ਆਉਂਦੀਆਂ, ਕਿਉਂਕਿ ਇਹ ਐਂਡੋਰਸਮੈਂਟਸ ਨੇ, ਇਹਦੇ ਲਈ ਆਪਾਂ ਨੂੰ ਵੱਖਰਾ ਪ੍ਰੀਮੀਅਮ ਪੇ ਕਰਨਾ ਪੈਂਦਾ ਤਾਂ ਇਹ ਕਵਰੇਜ ਮਿਲਦੀ। ਕੋਈ ਹੋਰ ਨੁਕਤਾ ਜਿਹੜਾ ਆਮ ਤੌਰ ਤੇ ਲੋਕ ਹੋਮ ਇੰਸ਼ੋਰੈਂਸ ਕਰਾਉਣ ਵਾਲੇ ਭੁੱਲ ਜਾਂਦੇ ਜਾਂ ਉਹਨਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ, ਜਾਂ ਕਿਹੜੀਆਂ ਬੇਸਿਕ ਗੱਲਾਂ ਕਿਹੜੀਆਂ ਹੁੰਦੀਆਂ ਜਿਹਦੇ ਉੱਤੇ ਇਹ ਬੇਸ ਕਰਦੀ ਸਾਰੀ ਗੱਲ? ਬੇਸਿਕ ਗੱਲਾਂ ਤਾਂ ਇਹ ਹੈ ਜੀ, ਜਿਹੜੇ ਵੀ ਤੁਹਾਡੇ ਕੋਲ ਫੈਕਟ ਹੈ ਉਹ ਹਮੇਸ਼ਾ ਆਪਣੇ ਬ੍ਰੋਕਰ ਨਾਲ ਜਿਹੜੇ ਆ ਉਹ ਤੁਸੀਂ ਸਾਂਝੇ ਕਰੋ। ਜੇ ਤੁਸੀਂ ਬ੍ਰੋਕਰ ਨਾਲ ਆਪਣੇ ਫੈਕਟ ਜਿਹੜੇ ਆ ਉਹ ਕੰਸੀਲ ਕਰ ਲੈਂਦੇ ਹੋ, ਦੱਸਦੇ ਨਹੀਂ। ਹੁਣ ਫਾਰ ਐਗਜ਼ਾਮਪਲ ਜੇ ਕਿਸੇ ਦੀ ਬੇਸਮੈਂਟ ਦੇ ਵਿੱਚ ਅਨਰਿਲੇਟਡ ਇੰਡੀਵਿਜੂਅਲ ਰਹਿੰਦੇ ਨੇ, 5-7 ਜਣੇ ਰਹਿੰਦੇ ਨੇ, ਰਾਈਟ, ਤੇ ਉਹ ਡਿਸਕਲੋਜ਼ ਕਰਨਾ ਚਾਹੀਦਾ, ਕਿਉਂਕਿ ਕੰਪਨੀਆਂ ਜਿਹੜੀਆਂ ਕਈ 2 ਤੇ ਕਈ 3, ਡਿਪੈਂਡਿੰਗ ਅਪੋਨ ਦਾ ਕੰਪਨੀ ਟੂ ਕੰਪਨੀ, 2 ਜਾਂ 3 ਬੰਦੇ ਅਨਰਿਲੇਟਡ ਜਿਹੜੇ ਉਹ ਕਵਰ ਕਰਦੀਆਂ। ਜੇ ਉਸ ਨਾਲੋਂ ਜ਼ਿਆਦਾ ਤੇ ਤੁਸੀਂ ਦੱਸੋ, ਉਹਦੀ ਇੰਸ਼ੋਰੈਂਸ ਹੋਰ ਕੰਪਨੀ ਕਰ ਦੇਗੀ, ਥੋੜ੍ਹੀ ਮਹਿੰਗੀ ਹੋ ਸਕਦੀ ਬਟ ਕਰੈਕਟ ਹੋਏਗੀ, ਕਿਉਂਕਿ ਜੇ ਕੱਲ੍ਹ ਨੂੰ ਕੁਝ ਨੁਕਸਾਨ ਹੋ ਜਾਂਦਾ ਉਹਦੀ ਕਵਰੇਜ ਮਿਲ ਸਕਦੀ ਹੁੰਦੀ ਹੈ। ਇੱਕ ਵਾਰੀ ਫਿਰ ਸਾਨੂੰ ਕੌਂਡੋ ਤੇ ਟਾਊਨ ਹਾਊਸ ਬਾਰੇ ਦੱਸਿਓ ਜੀ, ਉਹਦੇ ਲਈ ਕੀ ਇੰਸ਼ੋਰੈਂਸ ਹੁੰਦੀ, ਉਹ ਸਟਾਟਾ ਕਵਰ ਕਰਦੀ ਹੈ? ਹਾਂ, ਕੌਂਡੋ ਐਂਡ ਟਾਊਨ ਹੋਮ ਪਿਛਲੇ ਕੁਝ ਸਾਲਾਂ ਦੇ ਉੱਤੋਂ ਜਿਹੜੇ ਉਹਨਾਂ ਦੇ ਡਿਡਕਟੇਬਲਸ ਨੇ, ਜਿਹਨੂੰ ਅਸੀਂ ਵਾਟਰ ਡੈਮੇਜ, ਸੀਵਰ ਬੈਕਅਪ, ਜਾਂ ਅਸੀਂ ਕਹਿ ਸਕਦੇ ਹਾਂ ਵੀ ਫਲੱਡ ਦੇ ਜਿਹੜੇ ਡਿਡਕਟੇਬਲਸ ਨੇ ਉਹ ਬੜੇ ਹਾਇਰ ਨੇ। ਉਹਨਾਂ ਦੀ ਜਿਹੜੀ ਪੇਰੈਂਟ ਕੰਪਨੀ ਹੈ, ਜਿਹੜੀ ਉਹਨਾਂ ਦੇ ਸਟਾਟਾ ਦੀ ਸਾਰੀ ਬਿਲਡਿੰਗ ਨੂੰ ਕਵਰ ਕਰਦੀ ਹੈ, ਉਹਦੇ ਵਿੱਚੋਂ ਡਿਡਕਟੇਬਲ 25,000 ਹੋ ਸਕਦਾ, 50,000 ਹੋ ਸਕਦਾ, ਸਾਡੇ ਵੇਖਣ 'ਚ ਆਇਆ 2.5 ਲੱਖ ਤੱਕ ਵੀ ਡਿਡਕਟੇਬਲ ਹੁੰਦੇ ਨੇ। ਜੇ ਮੰਨ ਲਓ ਕੋਈ ਵਾਟਰ ਡੈਮੇਜ ਹੋ ਜਾਂਦਾ ਤੇ ਉਹਨਾਂ ਦੀ ਇੰਸ਼ੋਰੈਂਸ ਕੰਪਨੀ ਨੇ ਉਹਨੂੰ 2.5 ਲੱਖ ਤੱਕ ਜਾਂ 25,000 ਤੱਕ ਜਾਂ 50, ਜੋ ਵੀ ਉਹਨਾਂ ਦਾ ਡਿਡਕਟੇਬਲ ਆ, ਉਹਦੇ ਤੋਂ ਬਾਅਦ ਸ਼ੁਰੂ ਕਰਨਾ ਹੁੰਦਾ ਵਾ ਵੀ ਇਹਨੂੰ ਅਸੀਂ ਕਵਰੇਜ ਦੇਵਾਂਗੇ। ਬਟ ਜੇ ਤੁਸੀਂ ਕਵਰੇਜ ਲਈ ਹੋਈ ਆ ਤੇ ਤੁਹਾਡਾ 500 ਜਾਂ $1,000 ਡਿਡਕਟੇਬਲ, ਬਾਕੀ ਤੁਹਾਡੀ ਕੰਪਨੀ ਕਵਰ ਕਰਦੀ। ਬਟ ਜੇ ਤੁਸੀਂ ਬਿਲਕੁਲ ਕੋਈ ਇੰਸ਼ੋਰੈਂਸ ਨਹੀਂ ਲਈ ਹੋਈ ਤੇ ਫਿਰ ਉਹ ਡਿਡਕਟੇਬਲ ਤੁਹਾਨੂੰ ਪੇ ਕਰਨਾ ਪੈਂਦਾ। ਸੋ ਟਾਊਨ ਹੋਮ, ਕੌਂਡੋਮੀਨੀਅਮਸ, ਹਾਈ ਰਾਈਜ਼ ਬਿਲਡਿੰਗ ਦੇ ਵਿੱਚ ਜਿਹੜੇ ਅਪਾਰਟਮੈਂਟ ਲੈਂਦੇ ਆ, ਉਹਨਾਂ ਦੀ ਪਾਲਿਸੀ ਜ਼ਰੂਰ ਪੜ੍ਹਨੀ ਚਾਹੀਦੀ ਹੈ ਤੇ ਉਹ ਆਪਣੇ ਬ੍ਰੋਕਰ ਨੂੰ ਲਿਆ ਕੇ ਵਿਖਾਉਣੀ ਚਾਹੀਦੀ ਹੈ ਤਾਂ ਕਿ ਉਹਨੂੰ ਆਪਟੀਮਮ ਕਵਰੇਜ ਮਿਲ ਸਕੇ। ਜਿਹੜੇ ਬਜ਼ੁਰਗ ਰਹਿੰਦੇ ਆ ਘਰਾਂ ਦੇ ਵਿੱਚ, ਉਹਨਾਂ ਦਾ ਵੀ ਇਹਦੇ ਨਾਲ ਕੋਈ ਸੰਬੰਧ ਹੁੰਦਾ ਜੀ ਹੋਮ ਇੰਸ਼ੋਰੈਂਸ ਦੇ ਨਾਲ? ਕੁਛ ਕੰਪਨੀਆਂ ਨੇ ਜੇ ਬਜ਼ੁਰਗ ਟਾਈਟਲ 'ਤੇ ਨਹੀਂ ਹੈ ਤੇ ਉਹ ਤਾਂ ਵੀ ਉਹਨਾਂ ਦਾ ਡਿਸਕਾਊਂਟ ਦਿੰਦੇ, ਬਟ ਇਹ ਮੇਕ ਸ਼ੋਰ ਕਰਨਾ ਚਾਹੀਦਾ ਵਾ ਵੀ ਮੋਸਟ ਆਫ ਦਾ ਈਅਰ ਜਿਹੜੇ ਤੁਹਾਡੇ ਸੀਨੀਅਰ ਨੇ ਉਹ ਘਰ 'ਚ ਰਹਿੰਦੇ ਹੋਣ। ਕਈ ਵਾਰੀ ਹੁੰਦਾ ਵਾ ਵੀ ਕੋਈ ਵਿਜ਼ਟਰ ਆਇਆ, 2 ਮਹੀਨੇ ਆਇਆ, 3 ਮਹੀਨੇ ਆਇਆ, ਡਜ਼ਨਟ ਵਰਕ, ਉਹ ਨਹੀਂ ਕੰਮ ਕਰਦਾ। ਲੇਕਿਨ ਇਹ ਆ ਵੀ ਮੋਸਟ ਆਫ ਦਾ ਟਾਈਮ ਜੇ ਉਹ ਸਾਲ ਦੇ ਵਿੱਚ ਤੁਹਾਡੇ ਨਾਲ ਰਹਿੰਦੇ ਨੇ ਤਾਂ ਉਹਦਾ ਕੁਛ ਕੰਪਨੀਆਂ ਡਿਸਕਾਊਂਟ ਦਿੰਦੀਆਂ, ਸਾਰੀਆਂ ਨੇ ਜੀ। ਆਖਰ ਦੇ ਵਿੱਚ ਆਪਣਾ ਕੰਟੈਕਟ ਨੰਬਰ, ਤੇ ਜੇ ਲੋਕਾਂ ਦਾ ਕੋਈ ਸਵਾਲ ਹੋਵੇ ਦਰਸ਼ਕਾਂ ਦਾ, ਉਹ ਤੁਹਾਨੂੰ ਕਿਹੜੇ ਨੰਬਰ ਤੇ ਕਾਲ ਕਰਨੀ? ਉਹ AMC ਦੇ ਵਿੱਚ ਸਾਡੇ ਹੈੱਡ ਆਫਿਸ ਜਾਂ ਸਾਡੀ ਕਿਸੇ ਵੀ ਬ੍ਰਾਂਚ ਨਾਲ ਕੰਟੈਕਟ ਕਰ ਸਕਦੇ ਨੇ। ਸਾਡਾ ਹੈੱਡ ਆਫਿਸ ਦਾ ਨੰਬਰ ਹੈ 604-507-6666। ਥੈਂਕ ਯੂ। ਬਹੁਤ ਬਹੁਤ ਮਿਹਰਬਾਨੀ ਜੀ।
ਦੋਸਤੋ ਅਸੀਂ ਗੱਲਬਾਤ ਕੀਤੀ ਹੈ ਔਰ ਬਹੁਤ ਹੀ ਮਹੱਤਵਪੂਰਨ ਗੱਲਾਂ ਜਿਹੜੀਆਂ ਬੜੀਆਂ ਸਧਾਰਨ ਲੱਗਦੀਆਂ ਤੇ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਇਹਨਾਂ ਗੱਲਾਂ ਦਾ। ਕੋਈ ਵੀ ਤੁਹਾਡਾ ਹੋਰ ਸਵਾਲ ਇਸ ਮਾਮਲੇ ਦੇ ਵਿੱਚ ਹੋਵੇ ਤੁਸੀਂ ਕਿਸੇ ਵੇਲੇ ਵੀ ਏਐਮਸੀ ਇੰਸ਼ੋਰੈਂਸ ਤੇ ਕਾਲ ਕਰ ਸਕਦੇ ਹੋ, ਆ ਸਕਦੇ ਹੋ ਇਹਨਾਂ ਦੀ ਕਿਸੇ ਬ੍ਰਾਂਚ ਦੇ ਉੱਤੇ, ਉੱਥੋਂ ਜਾਣਕਾਰੀ ਲੈ ਸਕਦੇ ਹੋ। ਔਰ ਇਹ ਜਾਣਕਾਰੀ ਫੋਨ ਕਾਲ ਜਾਂ ਨਾਲ ਮੀਟਿੰਗ ਬਿਲਕੁਲ ਫ੍ਰੀ ਹੈ, ਤੁਹਾਨੂੰ ਸਾਰੀ ਇਨਫੋਰਮੇਸ਼ਨ ਇਹ ਦੇਣਗੇ। ਕੈਮਰਾਮੈਨ ਨਵਿੰਦ ਪਨੇਸਰ ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।